ਵੌਇਸ ਆਫ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਜਿੰਦੀ ਮਰਜਾਣੀ ਤੇ ਦੋਸਤੋ, ਜਿੱਦਾਂ ਆਪਾਂ ਨੂੰ ਪਤਾ ਹੀ ਆ ਕਿ ਦੁਨੀਆ ਭਰ ਦੇ ਵਿੱਚ ਕਰੋਨਾ ਮਹਾਮਾਰੀ ਫੈਲੀ ਹੋਈ ਆ ਤੇ ਕਰੋਨਾ ਦਾ ਪ੍ਰਕੋਪ ਜਿਹੜਾ ਹੈਗਾ ਆ ਦੁਨੀਆ ਭਰ ਦੇ ਵਿੱਚ ਇੱਕ ਆਪਾਂ ਕਹਿ ਲਈਏ ਕਿ ਦਹਿਸ਼ਤ ਲੈ ਕੇ ਆਇਆ ਹੋਇਆ। ਤੇ ਸਪੈਸ਼ਲੀ ਜੇ ਆਪਾਂ ਗੱਲ ਕਰੀਏ ਇੰਡੀਆ ਦੀ, ਇੰਡੀਆ ਦੇ ਵਿੱਚ ਪਿਛਲੇ ਸਾਲ ਜਦੋਂ ਕਰੋਨਾ ਆਇਆ ਸੀ ਤੇ ਇੰਡੀਆ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਮਹਾਮਾਰੀ ਤੋਂ ਆਪਣਾ ਜਿਹੜਾ ਆ ਕੰਟਰੋਲ ਕੀਤਾ ਸੀਗਾ। ਬਟ ਸੈਕੰਡ ਲਹਿਰ ਜਿਹੜੀ ਹੁਣ ਫਿਰ ਇਸ ਕਰੋਨਾ ਦੀ ਆ ਚੁੱਕੀ ਆ ਤੇ ਦੇਖਣ ਨੂੰ ਆ ਰਿਹਾ ਆ ਕਿ ਇੰਡੀਆ ਜਿਹੜਾ ਹੈਗਾ ਆ ਬਹੁਤ ਇਸ ਟਾਈਮ ਡਿਫਿਕਲਟ ਟਾਈਮ ਦੇ ਵਿੱਚ ਹੈਗਾ ਆ ਕਰੋਨਾ ਨੂੰ ਲੈ ਕੇ। ਤੇ ਦੋਸਤੋ, ਬਾਹਰਲੇ ਮੁਲਕਾਂ ਨੂੰ ਆਕਸੀਜਨ ਤੇ ਵੈਕਸੀਨ ਭੇਜਣ ਵਾਲਾ ਮੁਲਕ ਇੰਡੀਆ, ਉਸ ਦੇ ਵਾਸੀ ਅੱਜ ਤਰਸ ਰਹੇ ਆ ਸਿਹਤ ਸਹੂਲਤਾਂ ਨੂੰ, ਆਕਸੀਜਨ ਨੂੰ ਲੈ ਕੇ, ਵੈਕਸੀਨ ਨੂੰ ਲੈ ਕੇ ਤੇ ਆਮ ਹਸਪੀਟਲ ਦੀਆਂ ਫੈਸਿਲਿਟੀਜ਼ ਨੂੰ ਲੈ ਕੇ। ਤੇ ਦੋਸਤੋ, ਜੇ ਆਪਾਂ ਗੱਲ ਕਰੀਏ ਵੈਕਸੀਨ ਪ੍ਰੋਡਿਊਸ ਕਰਨ ਵਾਲੀ ਕੰਪਨੀ ਸੀਰਮ ਇੰਸਟੀਚਿਊਟ, ਉਹਦੇ ਮਾਲਕ ਅਦਰ ਪੂਨਾਵਾਲਾ ਪਹੁੰਚ ਚੁੱਕੇ ਆ ਯੂਕੇ, ਬ੍ਰਿਟਨ ਦੇ ਵਿੱਚ। ਇਸ ਟਾਈਮ ਲੰਡਨ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ, ਆਪਣੀ ਵਾਈਫ ਤੇ ਬੱਚਿਆਂ ਦੇ ਨਾਲ ਆ ਤੇ ਪਹੁੰਚੇ ਉਹ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਫਲਾਈਟਸ ਕੈਂਸਲ ਹੋ ਜਾਣੀਆਂ ਆ। ਇਸ ਤੋਂ ਪਹਿਲਾਂ ਮੈਂ ਆਪਣੀ ਫੈਮਿਲੀ ਦੇ ਕੋਲ ਪਹੁੰਚ ਜਾਵਾਂ। ਰੀਜਨ ਜਿਹੜਾ ਹੈਗਾ ਆ ਉਹ ਨਿਕਲ ਕੇ ਆਇਆ ਆ ਕਿ ਉਹਨਾਂ ਨੇ ਇੱਕ ਅਖਬਾਰ ਜਿਹੜੀ ਹੈਗੀ ਆ ਦ ਟਾਈਮਸ ਬ੍ਰਿਟਨ ਦੀ, ਉਹਨਾਂ ਨੂੰ ਦੱਸਿਆ ਆ ਉਹਨਾਂ ਦੇ ਪੱਤਰਕਾਰ ਮਾਰਟਿਨ ਫਲੈਚਰ। ਦੋਸਤੋ, ਮਾਰਟਿਨ ਫਲੈਚਰ ਦ ਟਾਈਮਸ ਦੇ ਪੱਤਰਕਾਰ ਲਿਖਦੇ ਆ ਆਪਣੀ ਅਖਬਾਰ ਦੇ ਵਿੱਚ ਕਿ ਅਦਰ ਪੂਨਾਵਾਲਾ ਕਿਉਂ ਇੰਡੀਆ ਛੱਡ ਕੇ ਤੇ ਇੰਗਲੈਂਡ ਦੀ ਧਰਤੀ ਲੰਡਨ ਦੇ ਵਿੱਚ ਗਿਆ। ਉਹਨਾਂ ਨੇ ਲਿਖਿਆ ਆ ਕਿ ਉਹਨਾਂ ਦੀ ਜਾਨ ਨੂੰ ਖਤਰਾ ਸੀ, ਥ੍ਰੈਟਸ ਮਿਲ ਰਹੇ ਸੀ ਇਸ ਵੈਕਸੀਨ ਨੂੰ ਲੈ ਕੇ। ਤੇ ਥ੍ਰੈਟਸ ਕਿਸ ਤੋਂ ਮਿਲ ਰਿਹਾ ਸੀ? ਉਹਨਾਂ ਨੇ ਲਿਖਿਆ ਕਿ ਵੱਡੇ ਬਿਜ਼ਨਸਮੈਨ, ਉਹਨਾਂ ਨੇ ਪੋਲੀਟੀਸ਼ੀਅਨਸ ਨੂੰ ਕਿਹਾ, ਲੀਡਰਸ ਜਿਹੜੇ ਆ ਵੱਡੇ ਉਹਨਾਂ ਵੱਲੋਂ ਲਗਾਤਾਰ ਫੋਨ ਕਾਲਸ ਆ ਰਹੀਆਂ ਸੀ। ਫੋਨ ਕਾਲ ਜਿਹੜੀਆਂ ਸੀਗੀਆਂ ਕਿ ਉਹਨਾਂ ਦੇ ਵਿੱਚ ਇੱਦਾਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀਗੀਆਂ। ਉਹਨਾਂ ਦੀ ਜਿਹੜੀ ਬੋਲੀ ਸੀਗੀ, ਉਹਨਾਂ ਦੇ ਵਿੱਚ ਬੋਲਣ ਦੀ ਜਿਹੜੀ ਆਵਾਜ਼ ਦੇ ਵਿੱਚ ਟੋਨ ਆਫ ਵੌਇਸ ਸੀਗੀ ਤੇ ਉਹਦੇ ਵਿੱਚੋਂ ਉਹਨਾਂ ਨੂੰ ਸ਼ਰੇਆਮ ਲੱਗ ਰਿਹਾ ਸੀਗਾ ਕਿ ਉਹਦੀ ਜਾਨ ਨੂੰ ਜਿਹੜਾ ਹੈਗਾ ਆ ਖਤਰਾ ਆ। ਤੇ ਦੋਸਤੋ, ਜਦੋਂ ਕਿਸੇ ਵੀ ਇਨਸਾਨ ਨੂੰ ਉਹਨਾਂ ਦੀ ਲਾਈਫ ਦੇ ਥ੍ਰੈਟਸ ਮਿਲਣ ਲੱਗ ਜਾਣ ਤੇ ਇਨਸਾਨ ਕੀ ਕਰੂਗਾ? ਇੱਕ ਪਾਸੇ ਇਸ ਮਹਾਮਾਰੀ ਦਾ ਪ੍ਰਕੋਪ ਤੇ ਦੂਸਰੀ ਪਾਸੇ ਉਹਨਾਂ ਦੀ ਫੈਮਿਲੀ, ਉਹਦੀ ਵਾਈਫ ਤੇ ਉਹਦੇ ਬੱਚੇ ਲੰਡਨ ਦੇ ਵਿੱਚ, ਇਕੱਲਾ ਇਨਸਾਨ ਇੱਥੇ। ਤੇ ਉਹਨੂੰ ਵੀ ਆਫ ਕੋਰਸ ਇੱਕ ਹਿਊਮਨ ਬੀਇੰਗ ਹੋਣ ਦੇ ਨਾਤੇ ਡਰ ਸੀਗਾ ਕਿ ਇੱਕ ਪਾਸੇ ਤਾਂ ਮਹਾਮਾਰੀ ਚੱਲ ਰਹੀ ਆ ਤੇ ਦੂਸਰੀ ਪਾਸੇ ਮੈਂ ਫੈਮਿਲੀ ਤੋਂ ਦੂਰ ਇਕੱਲਾ ਬੈਠਾ ਇੱਥੇ ਦੁਨੀਆ ਵਾਸਤੇ ਵੈਕਸੀਨ ਤਿਆਰ ਕਰ ਰਿਹਾ ਆ ਤੇ ਉੱਪਰੋਂ ਜਿਹੜੇ ਥ੍ਰੈਟਸ ਆ ਰਹੇ ਆ, ਫੋਨ ਕਾਲਸ ਆ ਰਹੀਆਂ ਆ। ਕਿਤੇ ਨਾ ਕਿਤੇ ਉਹ ਵੀ ਇਨਸਾਨ ਇੱਕ ਅੰਦਰੋਂ ਡਰ ਗਿਆ ਕਿ ਮੈਨੂੰ ਇਸ ਟਾਈਮ ਮੇਰੀ ਫੈਮਿਲੀ ਦੇ ਕੋਲ ਹੋਣਾ ਚਾਹੀਦਾ। ਤੇ ਬਿਨਾਂ ਸੋਚੇ ਸਮਝੇ ਆਪਾਂ ਕਹਿ ਲਈਏ ਕਿ ਹਰ ਇੱਕ ਇਨਸਾਨ ਦੀ ਤਰ੍ਹਾਂ ਉਹਨੇ ਵੀ ਇਹ ਸੋਚਿਆ ਕਿ ਮੈਨੂੰ ਮੇਰੀ ਫੈਮਿਲੀ ਕੋਲ ਜਾਣਾ ਬਣਦਾ ਤੇ ਫਲਾਈਟ ਫੜ ਕੇ ਜਾ ਬੈਠਾ ਲੰਡਨ ਆਪਣੀ ਫੈਮਿਲੀ ਦੇ ਕੋਲ। ਤੇ ਉਹਦੇ ਪਿੱਛੇ ਦੋਸਤੋ ਸਟੋਰੀ ਜਿਹੜੀ ਹੈਗੀ ਆ ਤੁਹਾਡੇ ਨਾਲ ਆਪਾਂ ਕਰਦੇ ਆ ਸਾਂਝੀ ਕਿ ਕਿੱਦਾਂ ਇਹਨਾਂ ਦੀ ਇਹ ਜਿਹੜੀ ਕੰਪਨੀ ਆ ਉਹਨੇ ਇਸ ਵੈਕਸੀਨ ਨੂੰ ਸ਼ੁਰੂ ਕੀਤਾ ਤੇ ਕਿੰਨਾ ਇਹਦੇ ਵਿੱਚ ਮੁਨਾਫਾ ਹੁੰਦਾ ਆ ਤੇ ਕੀ ਕੁਆਂਟੀਟੀ ਜਿਹੜੀਆਂ ਹੈਗੀਆਂ ਉਹ ਬਣਾਉਂਦਾ ਸੀ। ਤੇ ਦੋਸਤੋ, ਦ ਟਾਈਮਸ ਨਿਊਜ਼ਪੇਪਰ ਦੇ ਪੱਤਰਕਾਰ ਮਾਰਟਿਨ ਫਲੈਚਰ ਲਿਖਦੇ ਆ ਕਿ ਜਦੋਂ ਇਹ ਵੈਕਸੀਨ ਦੀ ਪ੍ਰੋਡਕਸ਼ਨ ਸ਼ੁਰੂ ਹੋਈ ਆ, ਉਹਨਾਂ ਦੀ ਵਰਡਿੰਗ ਹੈਗੀ ਆ ਹੀ ਸਟਰਕ ਗੋਲਡ, ਮਤਲਬ ਕਿ ਉਹਨਾਂ ਨੂੰ ਸੋਨੇ ਦੀ ਖਾਨ ਮਿਲ ਗਈ ਸੀ। ਤੇ ਉਸ ਟਾਈਮ ਜਨਵਰੀ ਦੇ ਵਿੱਚ ਉਹਨਾਂ ਦੀ ਪ੍ਰੋਡਕਸ਼ਨ ਦੀ ਕੈਪੇਬਿਲਿਟੀ ਜਿਹੜੀ ਸੀਗੀ 1.5 to 2.5 ਮਿਲੀਅਨ ਡੋਸਿਸ ਸੀਗੀਆਂ ਤੇ ਉਹਦੀ ਕੀਮਤ ਜਿਹੜੀ ਸੀਗੀ 800 ਮਿਲੀਅਨ USA ਡਾਲਰ। ਤੇ ਕੋਵਿਡ ਸ਼ੀਲਡ ਦੀ ਜਿਹੜੀ ਸੀਗੀ ਪ੍ਰੋਡਕਸ਼ਨ ਐਕਸਪੈਂਡ ਹੋਣ ਲੱਗ ਪਈ 68 ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਤੇ ਜਿਨ੍ਹਾਂ ਵਿੱਚੋਂ ਬ੍ਰਿਟਨ ਵੀ ਇੱਕ ਸੀ। ਇੰਡੀਆ ਨੇ ਇਸ ਵੈਕਸੀਨ ਦੇ ਥਰੂ ਦੁਨੀਆ ਭਰ ਦੇ ਵਿੱਚ, ਜਿੱਦਾਂ ਮੈਂ ਪਹਿਲਾਂ ਹੀ ਮੈਂਸ਼ਨ ਕਰ ਚੁੱਕੀ ਹਾਂ ਕਿ ਇਹ ਵੈਕਸੀਨ ਨੂੰ ਭੇਜਿਆ, ਲੋਕਾਂ ਦੀ ਬਹੁਤ ਜਾਨ ਬਚਾਈ ਆ। ਤੇ ਮਾਰਟਿਨ ਫਲੈਚਰ ਲਿਖਦੇ ਆ, ਇੰਡੀਆ ਹੈਜ਼ ਸੇਵਡ ਹਿਊਮੈਨਿਟੀ ਫਰੋਮ ਦ ਬਿਗ ਡਿਜ਼ਾਸਟਰ, क्योंकि
ਸਾਡੀ ਕੰਟਰੀ ਨੇ ਬਾਹਰਲੇ ਮੁਲਕਾਂ ਨੂੰ ਕੋਵਿਡ-19 ਦੀ ਜੋ ਵੈਕਸੀਨ ਸੀ ਉਹ ਭੇਜੀ। ਤੇ ਪੂਨਾਵਾਲਾ ਦੇ ਜੋ ਲਫ਼ਜ਼ ਸੀਗੇ ਉਹਨਾਂ ਨੇ ਇਹਨਾਂ ਨੂੰ ਇੱਦਾਂ ਲਿਖਿਆ ਤੇ ਕਹਿੰਦੇ I thought we have done our bit, Poonawala says. We would struggled through 2020 to get everything ready. I thought I could put my feet up and take a vacation, but it been the exact opposite. It's been chaotic. ਮਤਲਬ ਕਹਿਣ ਦਾ ਕਿ ਹਜੇ ਅਸੀਂ ਇਸ ਵੈਕਸੀਨ ਨੂੰ ਬਣਾਉਣ ਦੇ ਜੋ ਸੀਗੇ ਸਾਡੇ ਪ੍ਰੋਡਕਸ਼ਨ ਦੇ ਸੀਗੇ, ਸੋਚਿਆ ਕਿ ਪ੍ਰੋਡਕਸ਼ਨ ਜਿਹੜੀ ਬਹੁਤ ਵੱਧ ਤੱਕ ਹੋ ਚੁੱਕੀ ਆ ਤੇ ਹੁਣ ਮੈਂ ਜਿਹੜਾ ਹੈਗਾ ਆਪਣੇ ਇਸ ਕੰਮ ਤੋਂ ਥੋੜਾ ਵੈਕੇਸ਼ਨ ਲੈ ਕੇ, ਛੁੱਟੀਆਂ ਲੈ ਕੇ ਤੇ ਮੈਂ ਆਪਣੇ ਆਪ ਨੂੰ ਇੱਕ ਵਾਰੀ ਫਿਰ ਰਿਚਾਰਜ ਕਰ ਸਕਦਾ। ਬਟ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਕੰਮ ਨਹੀਂ ਹੋਇਆ। ਪ੍ਰੋਡਕਸ਼ਨ ਜਿਹੜੀ ਹੈਗੀ ਆ ਜਿੰਨੀ ਹੋ ਰਹੀ ਸੀ ਉਦੋਂ ਵੀ ਵੱਧ ਕੇ ਸਾਨੂੰ ਕਰਨੀ ਪਈ ਤੇ ਟਾਈਮ ਜਿਹੜਾ ਆ ਗਿਆ ਕਿ ਇੰਡੀਆ ਖੁਦ ਸਟਰਗਲ ਕਰਨ ਲੱਗ ਪਿਆ ਇਸ ਪ੍ਰੋਡਕਸ਼ਨ ਨੂੰ ਪੂਰਾ ਕਰਨ ਵਾਸਤੇ, ਡਿਮਾਂਡ ਨੂੰ ਪੂਰਾ ਕਰਨ ਵਾਸਤੇ। ਨਰਿੰਦਰ ਮੋਦੀ ਨੇ ਅਨਾਉਂਸਮੈਂਟ ਕਰ ਦਿੱਤੀ ਸੀਗੀ ਕਿ 1 ਮਈ ਤੋਂ ਹਰ ਇੱਕ ਸੂਬੇ ਦੇ ਵਿੱਚ 18 ਤੋਂ ਲੈ ਕੇ 45 ਸਾਲ ਤੱਕ ਦੇ ਜਿਹੜੇ ਉਹਨੂੰ ਸਭ ਨੂੰ ਵੈਕਸੀਨ ਜਿਹੜੀ ਹੈਗੀ ਆ ਲੱਗਣੀ ਸਟਾਰਟ ਹੋਊਗੀ। ਬਟ ਵੈਕਸੀਨ ਦੀ ਕਮੀ ਕਰਕੇ ਪਹਿਲੇ ਡੋਸੇਜ ਜਿਹੜੇ ਸੀਗੇ ਉਹ ਵੀ ਨਹੀਂ ਲੱਗ ਸਕੇ। ਨੈਵਰ ਮਾਈਂਡ 1 ਤਰੀਕ ਨੂੰ ਜੋ 1 ਮਈ ਨੂੰ ਸਟਾਰਟ ਹੋਣਾ ਸੀਗਾ, ਹਰ ਇੱਕ ਸੂਬਾ ਡਿਮਾਂਡ ਕਰ ਰਿਹਾ ਸੀਗਾ ਕਿ ਸਾਡੇ ਕੋਲ ਸਪਲਾਈ ਨਹੀਂ ਹੈਗੀ ਵੈਕਸੀਨ ਦੀ, ਕਿੱਦਾਂ ਅਸੀਂ ਆਪਣੇ ਆਵਾਮ ਨੂੰ, ਆਪਣੇ ਸੂਬੇ ਦੇ ਲੋਕਾਂ ਨੂੰ ਇਹ ਸੇਵਾ ਦੇਵਾਂਗੇ। ਤੇ ਆਫ ਕੋਰਸ ਸੂਬੇ ਦੇ ਸੀਐਮ ਜਿਹੜੇ ਆ ਉਹਨਾਂ ਦੇ ਵੀ ਹੱਥ ਖੜੇ ਹੋ ਗਏ। ਕਿਉਂ ਕਿ ਜਦ ਸੈਂਟਰ ਗਵਰਨਮੈਂਟ ਕੋਲ, ਸਾਡੇ ਪੀਐਮ ਸਾਹਿਬ ਕੋਲ ਦਰਖਾਸ਼ਾਂ ਜਾਂਦੀਆਂ ਸੀ ਤੇ ਉਹ ਵੀ ਕੁਝ ਨਹੀਂ ਕਰ ਸਕਦੇ ਸੀ। ਕਿਉਂ ਕਿ ਉਹਨਾਂ ਦੀ ਖੁਦ ਦੀ ਗਲਤੀ ਸੀ ਕਿ ਜਦੋਂ ਇਸ ਵੈਕਸੀਨ ਨੂੰ ਅਸੀਂ ਪ੍ਰੋਡਿਊਸ ਕੀਤਾ, ਆਪਣੀ ਪਹਿਲਾਂ ਆਵਾਮ ਦਾ ਸੋਚਣਾ ਚਾਹੀਦਾ ਸੀ। ਆਪਣੀ ਆਵਾਮ ਨੂੰ ਭੁੱਲ ਕੇ ਬਾਹਰਲੇ ਮੁਲਕਾਂ ਦੀਆਂ ਡਿਮਾਂਡਾਂ ਪੂਰੀਆਂ ਕੀਤੀਆਂ ਤੇ ਦੂਜੇ ਪਾਸੇ ਦੇਖਣ ਨੂੰ ਆਉਂਦਾ ਦੋਸਤੋ ਕਿ ਸ਼ਾਇਦ ਕਿਤੇ ਨਾ ਕਿਤੇ ਸਾਡੇ ਪ੍ਰਾਈਮ ਮਿਨਿਸਟਰ, ਸਾਡੇ ਪੀਐਮ ਸਾਹਿਬ ਇੱਕ ਸ਼ੌਹਰਤ ਦੇ ਭੁੱਖੇ ਆ ਸ਼ੁਰੂ ਤੋਂ ਹੀ, ਤੇ ਇਸ ਕਰਕੇ ਸ਼ਾਇਦ ਉਹਨਾਂ ਨੂੰ ਇਹ ਹੋਊਗਾ ਕਿ ਬਾਹਰਲੇ ਮੁਲਕਾਂ ਨੂੰ ਮੈਂ ਜੇ ਵੈਕਸੀਨ ਭੇਜਦਾ ਆ ਤੇ ਬਾਹਰਲੇ ਮੁਲਕਾਂ ਵਿੱਚ ਮੇਰਾ ਨਾਂ ਹੋ ਜਾਊਗਾ ਕਿ ਇੰਡੀਆ ਨੇ ਸਾਡੀ ਜਿਹੜੀ ਇਹ ਮਹਾਮਾਰੀ ਤੋਂ ਬਚਾਉਣ ਵਾਸਤੇ ਵੈਕਸੀਨ ਭੇਜੀ ਆ। ਤੇ ਕਿਤੇ ਨਾ ਕਿਤੇ ਦੋਸਤੋ ਉਹ ਭੁੱਲ ਹੀ ਗਏ ਕਿ ਸਾਡੇ ਦੇਸ਼ ਦੇ ਵਿੱਚ ਵੀ ਵਾਸੀ ਬਹੁਤ ਜ਼ਿਆਦਾ ਆ, ਇੰਨੀ ਕੁ ਤਾਦਾਦ ਹੈਗੀ ਆ ਕਿ ਸ਼ਾਇਦ ਉਹਨਾਂ ਨੂੰ ਉਹਨਾਂ ਦੇ ਦਿਮਾਗ ਵਿੱਚੋਂ ਹੀ ਨਿਕਲ ਗਿਆ ਕਿ ਮੈਂ ਆਪਣੇ ਦੇਸ਼ ਵਾਸੀਆਂ ਨੂੰ ਵੀ ਇਹ ਵੈਕਸੀਨ ਦੇਣੀ ਆ। ਤੇ ਨਾਲ ਦੀ ਨਾਲ ਦੋਸਤੋ ਹੁਣ ਆਪਾਂ ਰੀਸੈਂਟ ਗੱਲ ਕਰ ਲਈਏ ਕਿ ਜਿਹੜੀ ਇਹ ਸੈਕੰਡ ਲਹਿਰ ਉੱਠਣੀ ਸ਼ੁਰੂ ਹੋਈ ਸੀ ਕੋਵਿਡ-19 ਦੀ, ਉਸ ਟਾਈਮ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕੀ ਕਰ ਰਹੇ ਸੀ? ਬਿਜੀ ਸੀ ਉਸੇ ਹੀ ਸ਼ੌਹਰਤ ਨੂੰ ਬੁਲੰਦੀਆਂ ਤੇ ਲਿਜਾਣ ਵਾਸਤੇ। ਇਲੈਕਸ਼ਨ ਬੰਗਾਲ ਦੇ ਵਿੱਚ ਜੋ ਇਲੈਕਸ਼ਨਸ ਹੋਣੇ ਸੀ, ਬਿਜੀ ਸੀ ਉਹਨਾਂ ਵਿੱਚ ਰੈਲੀਆਂ ਕਰਨ ਵਾਸਤੇ, ਇੱਕ ਔਰਤ ਨੂੰ ਹਰਾਉਣ ਵਾਸਤੇ। ਮਮਤਾ ਬੈਨਰਜੀ ਬੰਗਾਲ ਦੇ ਵਿੱਚ ਉਹਨਾਂ ਦੇ ਨਾਲ ਇੰਨਾ ਕੁ ਆਪਣੇ ਆਪ ਨੂੰ ਉਹਨਾਂ ਨੇ ਇੱਕ ਵਿਅਸਤ ਕਰ ਲਿਆ, ਇੱਕ ਬਿਜੀ ਕਰ ਲਿਆ ਇਲੈਕਸ਼ਨਸ ਦੇ ਵਿੱਚ, ਰੈਲੀਆਂ ਕਰਨ ਦੇ ਵਿੱਚ, ਤੇ ਭੁੱਲ ਗਏ ਦੋਸਤੋ ਕਿ ਕਰੋਨਾ ਨਾਂ ਦੀ ਕੋਈ ਚੀਜ਼ ਇਸ ਦੇਸ਼ ਦੇ ਵਿੱਚ ਹੈਗੀ ਆ। ਟਾਈਮ ਟੂ ਟਾਈਮ ਜਿਹੜਾ ਸੀਗਾ ਆਪਣੇ ਦੇਸ਼ ਵਾਸੀਆਂ ਨੂੰ ਮਨ ਕੀ ਬਾਤ ਦੇ ਥਰੂ ਦੱਸਦੇ ਸੀਗੇ ਕਿ ਮਾਸਕ ਪਹਿਨ ਕੇ ਰੱਖੋ ਨਹੀਂ ਤਾਂ ਫਾਈਨ ਹੋਊਗਾ। ਕਾਰ ਦੇ ਵਿੱਚ ਹਸਬੈਂਡ ਵਾਈਫ ਵੀ ਬਹਿੰਦੇ ਸੀ ਤਾਂ ਉਹਨਾਂ ਨੂੰ ਵੀ ਮਾਸਕ ਲਾ ਕੇ ਬੈਠਣਾ ਪੈਂਦਾ ਸੀਗਾ। ਤੇ ਦੂਜੇ ਪਾਸੇ ਖੁਦ ਰੈਲੀਆਂ ਦੇ ਵਿੱਚ ਇੰਨੀ ਕੁ ਤਾਦਾਦ ਦੇ ਵਿੱਚ ਲੋਕ ਹੁੰਦੇ ਸੀਗੇ, ਨਾ ਤਾਂ ਉੱਥੇ ਆਪਾਂ ਕਹਿ ਲਈਏ ਕਿ ਸਮਾਜਿਕ ਦੂਰੀ ਰੱਖਦੇ ਹੁੰਦੇ ਸੀਗੇ ਤੇ ਨਾ ਉੱਥੇ ਦੋਸਤੋ ਕੋਈ ਮਾਸਕ ਪਹਿਨਦਾ ਸੀ। ਤੇ ਦੋਸਤੋ ਕਿਸੇ ਵੀ ਦੇਸ਼ ਦਾ ਜੋ ਰਾਜਾ ਹੁੰਦਾ ਆ ਤੇ ਉਹਦੇ ਆਵਾਮ ਦੀ ਜਿਹੜੀ ਆਪਾਂ ਕਹਿ ਲਈਏ ਹੈਲਥ ਐਂਡ ਸੇਫਟੀ, ਉਹਨਾਂ ਦੀ ਪ੍ਰੋਟੈਕਸ਼ਨ ਜਿਹੜੀ ਹੈਗੀ ਆ ਉਸ ਰਾਜੇ ਦੇ ਹੱਥ ਵਿੱਚ ਹੁੰਦੀ ਆ। ਤੇ ਸਾਡਾ ਵੀ ਰਾਜਾ ਇਸ ਟਾਈਮ ਨਰਿੰਦਰ ਮੋਦੀ ਜੀ,
ਉਹਦੀ ਵੀ ਰਿਸਪੌਂਸਿਬਿਲਿਟੀ ਬਣਦੀ ਆ ਕਿ ਮੈਂ ਆਪਣੇ ਦੇਸ਼ ਵਾਸੀਆਂ ਦੀ, ਜਿਨ੍ਹਾਂ ਤੋਂ ਮੈਂ ਵੋਟਾਂ ਲੈ ਕੇ ਇਸ ਸੰਘਰਸ਼ਨ ਦੇ ਉੱਤੇ ਇਸ ਟਾਈਮ ਬੈਠਾ ਆ, ਤੇ ਉਹਨੂੰ ਵੀ ਇਹ ਚਾਹੀਦਾ ਕਿ ਉਹਦੇ ਦੇਸ਼ ਵਾਸੀ, ਉਹਦੇ ਦੇਸ਼ ਦੇ ਸਿਟੀਜ਼ਨਸ ਹੈਗੇ ਆ, ਉਹਨਾਂ ਦੀ ਰੱਖਿਆ, ਉਹਨਾਂ ਦੀ ਹੈਲਥ ਵਾਸਤੇ ਉਹਨਾਂ ਨੂੰ ਪੂਰਾ ਮੁਮਕਿਨ ਕੋਸ਼ਿਸ਼ ਕਰਨੀ ਚਾਹੀਦੀ ਆ। ਬਟ ਕਿਤੇ ਨਾ ਕਿਤੇ ਜਾ ਕੇ ਇਸ ਟਾਈਮ ਜੋ ਕਰੋਨਾ ਕਾਲ ਚੱਲ ਰਿਹਾ ਆ, ਉਹਨਾਂ ਨੂੰ ਦੇਸ਼ ਵਾਸੀਆਂ ਦੀ ਰੱਖਿਆ, ਉਹਨਾਂ ਦੀ ਹੈਲਥ ਐਂਡ ਸੇਫਟੀ ਦੀ ਕੋਈ ਪਰਵਾਹ ਨਹੀਂ, ਕਿਉਂਕਿ ਉਹ ਬਿਜ਼ੀ ਆ ਇਲੈਕਸ਼ਨਸ ਦੇ ਵਿੱਚ। ਤੇ ਜਦੋਂ ਦੋਸਤੋ ਦਿੱਲੀ ਦੇ ਵਿੱਚ ਭਰਮਾਰ ਪੈ ਜਾਂਦੀ ਆ ਇਸ ਮਹਾਮਾਰੀ ਦੀ, ਆਉਣ ਲੱਗ ਪੈਂਦੀ ਆ ਕਮੀ ਆਕਸੀਜਨ ਦੀ, ਆਉਣ ਲੱਗ ਜਾਂਦੀ ਆ ਕਮੀ ਹਸਪੀਟਲ ਦੇ ਵਿੱਚ ਵੈਂਟੀਲੇਟਰਸ ਦੀ, ਆਉਣ ਲੱਗ ਪੈਂਦੀ ਆ ਕਮੀ ਹਸਪੀਟਲਸ ਦੇ ਵਿੱਚ ਬੈਡਸ ਦੀ, ਤੇ ਕੀ ਹੁੰਦਾ ਆਪਾਂ ਸਭ ਨੂੰ ਪਤਾ। ਹਰ ਇੱਕ ਕੋਸ਼ਿਸ਼ ਉਹਨਾਂ ਦੀ ਨਾਕਾਮ ਹੋ ਜਾਂਦੀ ਆ ਫਿਰ, ਕਿਉਂਕਿ ਉਹ ਤਾਂ ਬਿਜੀ ਸੀਗੇ ਇਲੈਕਸ਼ਨਸ ਦੀਆਂ ਰੈਲੀਆਂ ਕਰਨ ਵਿੱਚ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਦੇਸ਼ ਦੇ ਵਿੱਚ ਕਰੋਨਾ ਦੀ ਸੈਕੰਡ ਲਹਿਰ ਇੱਕ ਸੁਨਾਮੀ ਬਣ ਕੇ ਉੱਭਰ ਚੁੱਕੀ ਆ। ਆਕਸੀਜਨ ਦਾ, ਵੈਂਟੀਲੇਟਰਸ ਦਾ ਕੋਈ ਇੰਤਜ਼ਾਮ ਨਹੀਂ। ਤੇ ਦੋਸਤੋ ਭਾਵੇਂ ਹਰ ਸੂਬੇ ਦੇ ਵਿੱਚ ਜਿਹੜੇ ਹੈਗੇ ਆ ਆਕਸੀਜਨ ਦੇ ਪਲਾਂਟ ਲੱਗੇ ਹੋਏ ਆ, ਬਟ ਫਿਰ ਵੀ ਜਿੱਦਾਂ ਆਪਾਂ ਦਿੱਲੀ ਦੀ ਗੱਲ ਕਰੀਏ ਤੇ ਦਿੱਲੀ ਦੇ ਵਿੱਚ ਇੰਨੀ ਕੀ ਡਿਮਾਂਡ ਹੈਗੀ, ਕਿਉਂਕਿ ਆਪਾਂ ਨੂੰ ਪਤਾ ਕਿ ਦਿੱਲੀ ਜਿਹੜੀ ਇੰਨੀ ਵੱਡੀ ਹੈਗੀ ਆ ਤੇ ਉਹਦੇ ਵਿੱਚ ਇੰਨੇ ਜ਼ਿਆਦਾ ਹਸਪੀਟਲ ਆ, ਤੇ ਕੋਈ ਵੀ ਜਿਹੜੀ ਸਿਟੀਜ਼ ਹੈਗੀ ਆ ਜਿੱਥੇ ਡੈਂਸਲੀ ਪਾਪੂਲੇਟਿਡ ਹੈਗੀ ਆ, ਜਿੱਥੇ ਬਹੁਤ ਹੀ ਸੰਘਣੀ ਆਬਾਦੀ ਜਿਹਨੂੰ ਆਪਾਂ ਕਹਿ ਲਈਏ, ਤੇ ਉਹਦੇ ਵਿੱਚ ਇਸ ਮਹਾਮਾਰੀ ਨੇ ਆਪਣਾ ਪ੍ਰਕੋਪ ਜਿਹੜਾ ਹੈਗਾ ਆ ਉਹ ਸਭ ਤੋਂ ਜ਼ਿਆਦਾ ਦਿਖਾਉਣਾ, ਤੇ ਦਿੱਲੀ ਉਹਨਾਂ ਵਿੱਚੋਂ ਇੱਕ ਸੀ। ਦਿੱਲੀ ਦੇ ਸੀਐਮ ਸਾਡੇ ਕੇਜਰੀਵਾਲ ਸਾਹਿਬ ਜੀ, ਉਹਨਾਂ ਨੇ ਬਹੁਤ ਹੀ ਆਪਣੀ ਵੱਧ ਕੇ ਜਿਹੜੀ ਆ ਕੋਸ਼ਿਸ਼ ਕੀਤੀ ਆ, ਬਟ ਕਿਤੇ ਨਾ ਕਿਤੇ ਜਾ ਕੇ ਸੈਂਟਰ ਗਵਰਨਮੈਂਟ ਨੇ ਉਹਨਾਂ ਦੇ ਵੀ ਹੱਥ ਵੱਢਣੇ ਸ਼ੁਰੂ ਕਰ ਦਿੱਤੇ। ਉਹਨਾਂ ਦੀਆਂ ਜੋ ਜ਼ਿੰਮੇਵਾਰੀਆਂ ਸੀਗੀਆਂ, ਰਾਈਟ ਸੀਗੇ ਉਹਨਾਂ ਦੇ ਸੈਂਟਰ ਤੋਂ ਡਿਮਾਂਡ ਕਰਨ ਦੇ, ਕਿਤੇ ਨਾ ਕਿਤੇ ਜਾ ਕੇ ਉਹ ਵੀ ਉਪ ਰਾਜਪਾਲ ਦੇ ਹੱਥ ਜਾ ਕੇ ਉਹਦੀਆਂ ਡੋਰਾਂ ਫੜਾ ਦਿੱਤੀਆਂ। ਦਿੱਲੀ ਦੇ ਸੀਐਮ ਵੀ ਕੇਜਰੀਵਾਲ ਸਾਹਿਬ, ਉਹ ਵੀ ਆਮ ਪਬਲਿਕ ਦੀ ਤਰ੍ਹਾਂ ਉਸੇ ਕਤਾਰ ਦੇ ਵਿੱਚ ਆਣ ਕੇ ਖੜ ਗਏ ਆ ਕਿ ਸੈਂਟਰ ਵੱਲ ਨੂੰ ਉਹਨਾਂ ਨੂੰ ਦੇਖਣਾ ਪੈਣਾ ਆ ਕਿ ਜੇਕਰ ਉਹਨਾਂ ਨੂੰ ਆਕਸੀਜਨ ਚਾਹੀਦੀ ਆ, ਸਿਹਤ ਸਹੂਲਤਾਂ ਚਾਹੀਦੀਆਂ ਆ, ਤਾਂ ਕਦੋਂ ਮਿਲਣਗੀਆਂ, ਕਦੋਂ ਦੇਣਗੇ, ਉਹ ਸੈਂਟਰ ਨੂੰ ਪਤਾ, ਬਟ ਕੁਛ ਨਹੀਂ ਕਰ ਸਕਦੇ। ਭਾਵੇਂ ਉਹ ਚਾਹੁੰਦੇ ਆ ਕਿ ਮੇਰੀ ਆਵਾਮ ਜਿਹੜੀ ਹੈਗੀ ਆ, ਮੇਰੇ ਦਿੱਲੀ ਦੇ ਲੋਕ ਹੈਗੇ ਆ, ਉਹਨਾਂ ਦੇ ਵਾਸਤੇ ਮੈਂ ਇਹ ਕੰਮ ਕਰਾਂ, ਪਰ ਜਿੰਨਾ ਚਿਰ ਸੀ ਉਹਨਾਂ ਦੇ ਹੱਥ ਦੇ ਵਿੱਚ ਉਹਨਾਂ ਨੇ ਕੀਤੇ ਵੀ ਆ, ਬਟ ਹੁਣ ਆ ਕੇ ਸੈਂਟਰ ਨੇ ਉਹਨਾਂ ਦੇ ਹੱਥ ਵੱਢ ਦਿੱਤੇ ਆ। ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਕਿ ਆਪਣੇ ਜਿਹੜੇ ਇੱਕ ਵਿਖਰੇਵੇਂ ਹੈਗੇ ਆ ਪਾਰਟੀਜ਼ ਦੇ, ਉਹਨਾਂ ਨੂੰ ਲੈ ਕੇ ਦੁਸ਼ਮਣੀਆਂ ਕੱਢਣੀਆਂ, ਇੱਕ ਪਾਸੇ ਰੱਖਣੀਆਂ ਚਾਹੀਦੀਆਂ। ਕਿਉਂ ਕਿ ਇਸ ਟਾਈਮ ਸਾਨੂੰ ਸਭ ਨੂੰ ਰਲ ਮਿਲ ਕੇ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ, ਤੇ ਇਹ ਸਾਨੂੰ ਦੋਸਤੋ ਦਿਸ ਨਹੀਂ ਰਿਹਾ। ਕਿਉਂ ਕਿ ਸਾਡੇ ਸੈਂਟਰ ਸਰਕਾਰ ਜਿਹੜੀ ਆ ਉਹ ਕਿਤੇ ਨਾ ਕਿਤੇ ਹਰ ਪੱਖੋਂ ਆਪਾਂ ਗੱਲ ਕਰੀਏ ਕਿ ਭਾਵੇਂ ਉਹ ਵੈਕਸੀਨ ਨੂੰ ਲੈ ਕੇ ਆ, ਭਾਵੇਂ ਹੁਣ ਆਕਸੀਜਨ ਦੀ ਗੱਲ ਲਈਏ, ਉਹਦੇ ਵਿੱਚ ਪੂਰੇ ਨਹੀਂ ਹੋ ਸਕਦੇ। ਤੇ ਗੱਲ ਦੋਸਤੋ ਆਕਸੀਜਨ ਨੂੰ ਲੈ ਕੇ ਕਰਦੇ ਆ ਕਿ ਆਕਸੀਜਨ ਦੀ ਜਦੋਂ ਸ਼ੋਰਟੇਜ ਆਈ ਆ, ਉੱਥੇ ਹਰ ਇੱਕ ਆਮ ਇਨਸਾਨ ਆਪਾਂ ਕਵਾਂਗੇ ਕਿ ਜਿਨ੍ਹਾਂ ਦੇ ਖੁਦ ਦੇ ਵੀ ਆਕਸੀਜਨ ਦੇ ਪਲਾਂਟ ਲਾਏ ਹੋਏ ਆ, ਉਹਨਾਂ ਨੇ ਵੀ ਪਬਲਿਕ ਨੂੰ ਜਿਹੜੀ ਫ੍ਰੀ ਸਰਵਿਸ ਦੇਣੀ ਸ਼ੁਰੂ ਕਰ ਦਿੱਤੀ। ਕਈ ਲੋਕੀ ਇਦਾਂ ਦੇ ਵੀ ਦੇਖਣ ਨੂੰ ਆਏ ਆ ਕਿ ਉਹਨਾਂ ਨੇ ਆਪਣੇ ਸੋਨਾ ਤੱਕ ਵੇਚ ਦਿੱਤਾ, ਸੋਨਾ ਵੇਚ ਕੇ ਸਿਲੰਡਰ ਖਰੀਦ ਕੇ ਤੇ ਫ੍ਰੀ ਸੇਵਾ ਲੋਕਾਂ ਦੀ ਕੀਤੀ। ਕੀ ਹੋਇਆ ਦੋਸਤੋ? ਉਹ ਆਮ ਇਨਸਾਨ ਜੋ ਪਬਲਿਕ ਦੀ ਸੇਵਾ ਕਰ ਰਹੇ ਆ, ਉਹਨਾਂ ਤੇ ਪਰਚੇ ਹੋ ਗਏ। ਤੁਸੀਂ ਸੋਚੋ ਦੋਸਤੋ ਕਿ ਇੱਕ ਆਮ ਇਨਸਾਨ ਆਪਣੀ ਘਰਵਾਲੀ ਦੇ, ਆਪਣੀ ਮਾਂ ਦੇ ਗਹਿਣੇ ਵੇਚ ਕੇ ਤੇ ਪਬਲਿਕ ਦੀ ਸੇਵਾ ਲਈ ਆਕਸੀਜਨ ਦੇ ਸਿਲੰਡਰ ਪ੍ਰੋਵਾਈਡ ਕਰਵਾਉਂਦਾ, ਤੇ ਉਹਦੇ ਉੱਤੇ ਗਵਰਨਮੈਂਟ ਵੱਲੋਂ ਪਰਚੇ ਹੋਣ। ਕਿੰਨੀ ਸ਼ਰਮਨਾਕ ਗੱਲ ਆ ਸਾਡੇ ਇਸ ਦੇਸ਼ ਵਾਸਤੇ। ਤੇ ਜਿਹੜਾ ਇੱਕ ਇਨਸਾਨ ਜਿਹਦੇ ਦਿਲ ਦੇ ਵਿੱਚ ਇੰਨਾ ਦੁੱਖ,
ਲੋਕਾਂ ਦਾ ਦੁੱਖ ਦੇਖ ਨਹੀਂ ਹੁੰਦਾ, ਆਪਣਾ ਘਰ ਦਾ ਸਮਾਨ ਵੇਚ ਕੇ ਲੋਕਾਂ ਦੀ ਸੇਵਾ ਕਰਦਾ, ਤੇ ਉਹਦੇ ਉੱਤੇ ਹੁੰਦੇ ਆ ਪਰਚੇ। ਕਿਸ ਦੇਸ਼ ਦੇ ਵਾਸੀ ਹਾਂ ਅਸੀਂ ਦੋਸਤੋ? ਤੇ ਦੋਸਤੋ ਦੇਖਣ ਨੂੰ ਲੱਗ ਰਿਹਾ ਹੈ ਜੋ ਸਾਡੇ ਦੇਸ਼ ਦੇ ਹੁਕਮਰਾਨ, ਸਾਡੇ ਰਾਜੇ, ਕਿਤੇ ਨਾ ਕਿਤੇ ਉਹਨਾਂ ਦੇ ਦਿਲ ਦੇ ਵਿੱਚ ਰਹਿਮ ਨਹੀਂ, ਦਰਿੰਦਾ ਦਿਲ ਬਣ ਚੁੱਕੇ ਆ। ਕਿਉਂ ਕਿ ਇੱਕ ਆਪਣੀ ਆਵਾਮ ਦੇ ਲਈ ਇੱਦਾਂ ਦਾ ਵਿਵਹਾਰ ਕਰਨਾ ਕਿਸੇ ਆਮ ਇਨਸਾਨ ਦੀ ਗੱਲ ਨਹੀਂ। ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਦਰਿੰਦਗੀ ਦਿਖ ਰਹੀ ਆ। ਤੇ ਦੋਸਤੋ ਨਤੀਜੇ ਜਿਹੜੇ ਹੈਗੇ ਆ ਬੰਗਾਲ ਦੇ ਇਲੈਕਸ਼ਨਾਂ ਦੇ, ਉਹ ਵੀ ਆਉਣ ਵਾਲੇ ਆ। ਕਿਉਂਕਿ ਪਬਲਿਕ ਦੇ ਨਾਲ ਜਦੋਂ ਤੁਸੀਂ ਇੱਕ ਜ਼ਿਆਦਤੀ ਕਰਦੇ ਆ, ਇੰਨਾ ਦਹਿਸ਼ਤ ਦਾ ਮਾਹੌਲ ਬਣਾ ਦਿੰਦੇ ਆ ਕਿ ਆਮ ਇਨਸਾਨ ਸਾਹ ਲੈਣ ਤੋਂ ਵੀ ਡਰਦਾ। ਤੇ ਉਦੋਂ ਦੋਸਤੋ ਗੱਲ ਆ ਜਾਂਦੀ ਆ ਕਿ ਰੱਬ ਵੀ ਕਿਤੇ ਨਾ ਕਿਤੇ ਦੇਖਦਾ, ਤੇ ਰੱਬ ਤੋਂ ਕਿਉਂ ਨਹੀਂ ਸਾਡੇ ਇਹ ਹੁਕਮਰਾਨ ਡਰਦੇ, ਇਹ ਰੱਬ ਹੀ ਜਾਣੇ। ਕਿਉਂ? ਆਪਾਂ ਵੀ ਕਹਿ ਦਿੰਦੇ ਆ ਕਿ ਜੋ ਹੁੰਦਾ ਕੁਦਰਤ ਹੀ ਕਰਦੀ ਆ, ਰੱਬ ਹੀ ਕਰਦਾ। ਤੇ ਜੇ ਸਾਡੀਆਂ ਸਰਕਾਰਾਂ ਇਹ ਕੁਛ ਕਰਦੀਆਂ ਆ ਤੇ ਇਹਦੇ ਪਿੱਛੇ ਵੀ ਕੁਦਰਤ ਦੀਆਂ ਹੀ ਕਰਾਮਾਤਾਂ ਹੋਣਗੀਆਂ, ਉਸ ਰੱਬ ਦੀਆਂ ਹੀ ਕਰਾਮਾਤਾਂ ਹੋਣਗੀਆਂ। ਇਹ ਅਸੀਂ ਕੁਛ ਨਹੀਂ ਕਹਿ ਸਕਦੇ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਇਸ ਵੇਲੇ ਕੀ ਚੱਲਦਾ। ਦਰਦ ਬਹੁਤ ਹੁੰਦਾ, ਚਿਤਾਵਾਂ ਜਲ ਰਹੀਆਂ ਆ, ਲੋਕ ਜਿਹੜੇ ਹੈਗੇ ਆ ਦੁੱਖ ਦੇ ਨਾਲ ਕਹਿਰਾ ਰਹੇ ਆ, ਤੇ ਉਹਨਾਂ ਦੇ ਹੰਝੂ ਜਿਹੜੇ ਆ ਆਮ ਜਨਤਾ ਤੋਂ ਦੇਖੇ ਨਹੀਂ ਜਾ ਰਹੇ। ਤੇ ਇਹ ਗੱਲ ਕੀਤੀ ਸੀ ਅਦਰ ਪੂਨਾਵਾਲਾ ਨੇ ਕਿ ਕਾਰ ਪਾਰਕ ਜਿਹੜੇ ਹੈਗੇ ਆ ਹਸਪੀਟਲਾਂ ਦੇ, ਉਹਨਾਂ ਦੇ ਵਿੱਚ ਵੀ ਚਿਖਾ ਜਲ ਰਹੀਆਂ ਆ। ਬਾਹਰਲੇ ਮੁਲਕਾਂ ਦੇ ਵਿੱਚ ਹਰ ਇੱਕ ਨਿਊਜ਼ਪੇਪਰ ਨੇ, ਹਰ ਇੱਕ ਚੈਨਲ ਨੇ ਇਹਨਾਂ ਨੂੰ ਦਿਖਾਇਆ ਆ ਕਿ ਜੋ ਸਾਡੇ ਦੇਸ਼ ਦੇ ਵਿੱਚ ਹੋ ਰਿਹਾ ਆ। ਇਹਨਾਂ ਚੀਜ਼ਾਂ ਨੂੰ ਦੇਖ ਕੇ ਦੋਸਤੋ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਕਹਿੰਦੇ ਆ ਕਿ ਦੇਸ਼ ਦੀ ਬੇਇੱਜ਼ਤੀ ਹੋ ਰਹੀ ਆ, ਜੋ ਦਿਖਾ ਰਹੇ ਗਲਤ ਦਿਖਾ ਰਹੇ ਆ। ਤੇ ਆਸਟ੍ਰੇਲੀਆ ਦੇ ਨਿਊਜ਼ਪੇਪਰ ਦੇ ਤੇ ਉਹਨਾਂ ਨੇ ਚਿੱਠੀ ਭੇਜ ਕੇ ਉਹਨਾਂ ਨੂੰ ਕੋਰਟ ਵਿੱਚ ਲਿਜਾਣ ਦੀ ਵੀ ਗੱਲ ਕਰ ਲਈ ਆ। ਦੋਸਤੋ ਜੇਕਰ ਤੁਹਾਡੇ ਕਹਿ ਲਈਏ ਕਿ ਜਨਤਾ ਦੇ ਉੱਤੇ ਤੁਸੀਂ ਜੋ ਕਰਦੇ ਆ ਤੇ ਤੁਸੀਂ ਸਹੀ ਆ, ਜਦ ਤੁਹਾਡੇ ਉੱਪਰ ਗੱਲ ਆਉਂਦੀ ਆ ਬਾਹਰਲੇ ਮੁਲਕਾਂ ਦੀ, ਤੇ ਫਿਰ ਤੁਹਾਨੂੰ ਦੁੱਖ ਲੱਗਦਾ। ਤੇ ਇਹੀ ਗੱਲ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਐਟ ਦ ਮੋਮੈਂਟ ਕਰ ਰਹੇ ਆ। ਜੋ ਤਸ਼ੱਦਦ ਉਹ ਆਪਣੀ ਆਵਾਮ ਤੇ ਢਾ ਰਹੇ ਆ ਉਹਨੂੰ ਨਹੀਂ ਦਿਖਦਾ, ਬਟ ਬਾਹਰਲੇ ਮੁਲਕਾਂ ਦੇ ਚੈਨਲਸ ਵੱਲੋਂ, ਨਿਊਜ਼ਪੇਪਰਸ ਵੱਲੋਂ ਜੋ ਇੰਡੀਆ ਦਾ ਦੁੱਖ ਸਾਰੀ ਦੁਨੀਆ ਸਾਹਮਣੇ ਰੱਖਿਆ ਆ, ਉਹਨੂੰ ਦੇਖ ਕੇ ਤੇ ਕਹਿ ਰਹੇ ਆ ਜੀ ਕਿ ਇੰਡੀਆ ਦੀ ਜਿਹੜੀ ਹੈਗੀ ਆ ਬੇਇੱਜ਼ਤੀ ਹੋ ਰਹੀ ਆ, ਤੁਸੀਂ ਬੇਇੱਜ਼ਤੀ ਕਰ ਰਹੇ ਹੋ। ਤੇ ਦੋਸਤੋ ਗੱਲ ਆਪਾਂ ਕਰਦੇ ਆ ਵੈਕਸੀਨ ਦੀ, ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀ। ਵੈਕਸੀਨ ਬਣਾਉਣ ਵਾਲੀ ਜਿਹੜੀ ਕੰਪਨੀ ਆ ਉਹਦੇ CEO ਸਾਹਿਬ ਤੋਂ, ਤੇ ਉਹਨਾਂ ਦਾ ਕਹਿਣਾ ਦੋਸਤੋ ਕਿ ਇਸ ਇੰਸਟੀਚਿਊਟ ਨੂੰ ਲੋਕੀ ਕਹਿਣ ਲੱਗ ਪਏ ਆ, ਜਾਂ ਇੰਡੀਆ ਦੀ ਗਵਰਨਮੈਂਟ ਕਹਿਣ ਲੱਗ ਪਈ ਆ ਕਿ ਇੱਕ ਪ੍ਰੋਫਿਟ ਦਾ ਇਦਾਰਾ ਬਣ ਚੁੱਕਾ ਹੈ। ਤੇ ਉਹਨਾਂ ਦਾ ਕਹਿਣਾ ਆ ਕਿ ਜਿਹੜੀ ਸਪਲਾਈ ਸੀਗੀ ਉਹਨਾਂ ਨੇ ਇੰਡੀਆ ਨੂੰ 150 ਰੁਪਏ ਦੇ ਵਿੱਚ ਵੇਚੀ ਸੀ। ਤੇ ਹੁਣ ਉਹਨਾਂ ਨੇ ਕਿਹਾ ਆ ਕਿ ਜਿਹੜੀ ਇਹ ਪ੍ਰੋਡਕਸ਼ਨ ਸਾਡੀ ਹੋ ਰਹੀ ਆ, ਇਸ ਪ੍ਰਾਈਸ ਤੇ ਅਸੀਂ ਵੇਚ ਕੇ ਤੇ ਇਹਦੇ ਵਿੱਚੋਂ ਸਾਨੂੰ ਘਾਟਾ ਪੈ ਰਿਹਾ ਆ। ਤੇ ਉਹਨਾਂ ਨੇ ਵੈਕਸੀਨ ਜਿਹੜੀ ਹੈਗੀ ਆ ਉਹ ਬਾਹਰਲੇ ਮੁਲਕਾਂ ਨੂੰ ਵੀ ਦੇਣੀ ਸ਼ੁਰੂ ਕਰ ਦਿੱਤੀ। ਪ੍ਰਾਈਵੇਟ ਹਸਪੀਟਲਸ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਦੇਣੀ ਸ਼ੁਰੂ ਕਰ ਦਿੱਤੀ। ਤੇ ਜਿਸ ਦੀ ਪ੍ਰਾਈਸ ਜਿਹੜੀ ਉਹ ਚਾਰਜ ਕਰ ਰਿਹਾ ਸੀ 300 ਰੁਪਈਆ, ਜਿਹੜਾ ਆਪਾਂ ਕਹਿ ਲਈਏ USA ਡਾਲਰ $4 ਆ।
ਤੇ ਉਸ ਤੋਂ ਨਾਲ ਉਹਨਾਂ ਨੇ 600 ਰੁਪਏ ਤੱਕ ਵੀ ਇਹਦੀ ਕੀਮਤ ਕਰ ਦਿੱਤੀ ਗਈ। ਤੇ ਹੁਣ ਦੋਸਤੋ ਗੱਲ ਆਂਦੀ ਆ, ਭਾਵੇਂ ਕੋਈ ਵੀ ਕੰਪਨੀ ਹੋਵੇ, ਛੋਟੀ ਤੋਂ ਛੋਟੀ ਵੀ ਹੋਵੇ, ਕੋਈ ਛੋਟਾ ਬਿਜ਼ਨਸ ਵੀ ਹੋਵੇ, ਪ੍ਰੋਡਿਊਸ ਆਪਾਂ ਉਹ ਚੀਜ਼ ਕਰਦੇ ਆ, ਉਹ ਚੀਜ਼ ਆਪਾਂ ਉਤਪੰਨ ਕਰਦੇ ਆ ਜਿਹਦੇ ਵਿੱਚੋਂ ਸਾਨੂੰ ਕਮਾਈ ਹੋਵੇ। ਜਿਹੜਾ ਅਸੀਂ ਪੈਸਾ ਖਰਚਿਆ ਆ ਐਟਲੀਸਟ ਉਹੀ ਤਾਂ ਮੁੜ ਕੇ ਆਵੇ। ਭਾਵੇਂ ਆਪਾਂ ਗੱਲ ਕਰੀਏ ਪੂਨਾਵਾਲਾ ਦੀ ਕਿ ਉਹਨਾਂ ਨੇ ਵੈਕਸੀਨ ਨੂੰ ਪ੍ਰੋਡਿਊਸ ਕੀਤਾ ਆਵਾਮ ਦੀ ਸੇਵਾ ਲਈ, ਦੇਸ਼ ਭਰ ਦੀ ਜਿਹੜੀ ਆਵਾਮ ਆ ਉਹਦੇ ਲਈ, ਤੇ ਆਪਾਂ ਕਹਿ ਲਈਏ ਕਿ ਸਾਰੇ ਵਰਲਡ ਦੇ ਵਿੱਚ, ਫਿਰ ਵੀ ਉਹ ਆਪਣੇ ਪ੍ਰੋਡਕਸ਼ਨ ਜੋ ਕਰ ਰਹੇ ਆ ਉਹ 'ਤੇ ਖਰਚਾ ਆ ਰਿਹਾ ਆ, ਉਹਨਾਂ ਦੀ ਖੁਦ ਦੀ ਪਾਕਟ ਵਿੱਚੋਂ ਆ ਰਿਹਾ। ਤੇ ਜੇਕਰ ਉਹਨਾਂ ਨੂੰ ਘਾਟਾ ਹੀ ਪਊਗਾ ਤੇ ਕਿੱਦਾਂ ਉਸ ਚੀਜ਼ ਨੂੰ ਪ੍ਰੋਡਿਊਸ ਕਰਨਗੇ? ਤੇ ਕਿਤੇ ਨਾ ਕਿਤੇ ਜਾ ਕੇ ਇਹ ਨਹੀਂ ਲੱਗਦਾ ਆਪਾਂ ਨੂੰ ਕਿ ਸਾਡੇ ਦੇਸ਼ ਦੇ ਹੁਕਮਰਾਨ ਇੰਨੇ ਲਾਲਚੀ ਹੋ ਗਏ ਆ ਕਿ ਹਰ ਇੱਕ ਦੀ ਧੌਣ ਦੇ ਉੱਤੇ ਗੋਡਾ ਰੱਖਣ ਨੂੰ ਤਿਆਰ ਹੋ ਗਏ ਆ। ਇਸੇ ਕਰਕੇ ਉਹਨਾਂ ਨੇ ਡਿਸਾਈਡ ਕੀਤਾ ਕਿ ਜੇ ਮੈਂ ਇੰਡੀਆ ਦੇ ਵਿੱਚ ਰਹਿਣਾ ਆ ਤੇ ਮੇਰੇ ਵਾਸਤੇ ਸੇਫ ਨਹੀਂ। ਤੇ ਇਸ ਟਾਈਮ ਇੰਡੀਆ ਛੱਡ ਕੇ UK ਦੀ ਧਰਤੀ ਦੇ ਉੱਤੇ ਜਾ ਵਿਰਾਜਿਆ ਆਪਣੀ ਫੈਮਿਲੀ ਦੇ ਨਾਲ, ਤੇ ਜਿੱਥੇ ਉਹਨਾਂ ਨੂੰ ਹੋਣਾ ਵੀ ਚਾਹੀਦਾ, ਕਿਉਂਕਿ ਆਹ ਜਿਹੜਾ ਟਾਈਮ ਚੱਲ ਰਿਹਾ ਆ ਆਪਾਂ ਨੂੰ ਪਤਾ ਨਹੀਂਗਾ ਕਿ ਕਿਹਦੇ ਨਾਲ ਕੀ ਹੋਣਾ ਆ ਤੇ ਕਦੋਂ ਹੋਣਾ ਆ। ਹਰ ਇੱਕ ਹੀ ਚਾਹੁੰਦਾ ਕਿ ਇਸ ਟਾਈਮ ਅਸੀਂ ਫੈਮਿਲੀਜ਼ ਦੇ ਨਾਲ ਹੋਈਏ। ਤਾਂ ਕਿਤੇ ਨਾ ਕਿਤੇ ਜਾ ਕੇ ਇਹ ਵੀ ਹੁੰਦਾ ਆ ਦੋਸਤੋ ਕਿ ਆਵਾਮ ਦੀ ਸੇਵਾ ਦੇ ਲਈ ਸਾਨੂੰ ਇਹ ਦੂਰੀਆਂ ਝੱਲਣੀਆਂ ਪੈਂਦੀਆਂ ਆ। ਤੇ ਪੂਨਾਵਾਲਾ ਸਾਹਿਬ ਉਹ ਵੀ ਇਹ ਦੂਰੀ ਚੱਲ ਰਹੇ ਸੀ। ਪਰ ਦੋਸਤੋ ਜਦੋਂ ਤੁਹਾਡੀ ਖੁਦ ਦੀ ਜਾਨ ਨੂੰ ਖਤਰਾ ਆਪਾਂ ਕਹਿ ਲਈਏ ਕਿ ਇਸ ਮਹਾਮਾਰੀ ਤੋਂ ਹੋਵੇ ਤੇ ਤੁਸੀਂ ਉਹ ਝੱਲ ਜਾਓਗੇ, ਬਟ ਜਦੋਂ ਖਤਰਾ ਤੁਹਾਡੀ ਜਾਨ ਨੂੰ ਤੁਹਾਡੇ ਦੇਸ਼ ਦੇ ਹੁਕਮਰਾਨ ਤੋਂ ਹੋਵੇ, ਤੁਹਾਡੇ ਦੇਸ਼ ਦੇ ਬਿਜ਼ਨਸਮੈਨਾਂ ਤੋਂ ਹੋਵੇ, ਤੁਹਾਡੇ ਦੇਸ਼ ਦੇ ਲੀਡਰਾਂ ਤੋਂ ਹੋਵੇ, ਤਾਂ ਕਿਤੇ ਨਾ ਕਿਤੇ ਜਾ ਕੇ ਇਨਸਾਨ ਸੋਚਦਾ ਕਿ ਯਾਰ ਮੈਂ ਇਹ ਕੀ ਕਰ ਰਿਹਾ, ਕਿਉਂ ਨਾ ਮੈਂ ਆਪਣੀ ਫੈਮਿਲੀ ਦੇ ਕੋਲ ਜਾਵਾਂ, ਕੀ ਲੈਣਾ ਮੈਂ ਇਸ ਪੈਸੇ ਤੋਂ ਜੇ ਮੇਰੀ ਖੁਦ ਦੀ ਜਾਨ ਹੀ ਨਾ ਰਹੀ। ਤੇ ਮੈਂ ਪੂਰੀ ਤਰ੍ਹਾਂ ਪੂਨਾਵਾਲੇ ਦੇ ਨਾਲ ਸਹਿਮਤ ਹਾਂ ਕਿ ਜੋ ਡਿਸੀਜਨ ਉਹਨਾਂ ਨੇ ਲਈ ਆ ਬਹੁਤ ਸਹੀ ਲਈ ਆ ਤੇ ਸਹੀ ਟਾਈਮ ਤੇ ਲਈ ਆ, ਕਿਉਂਕਿ ਫਲਾਈਟਾਂ ਜਿਹੜੀਆਂ ਸੀਗੀਆਂ ਫਰਾਈਡੇ 23 ਤੋਂ UK ਦੀਆਂ ਬੰਦ ਹੋ ਜਾਣੀਆਂ ਸੀ, ਤੇ ਉਸ ਤੋਂ ਪਹਿਲਾਂ ਉਹਨਾਂ ਨੇ ਫਲਾਈਟ ਫੜੀ ਤੇ ਆਪਣੀ ਫੈਮਿਲੀ ਦੇ ਕੋਲ ਚੱਲ ਗਏ ਆ। ਤੇ ਦੋਸਤੋ ਗੱਲ ਆਪਾਂ ਕਰਦੇ ਆ ਇਸ ਮਹਾਮਾਰੀ ਦੀ। ਆਪਾਂ ਤਾਂ ਇਹੀ ਕਹਾਂਗੇ ਕਿ ਰਿਕੁਐਸਟ ਕਰਾਂਗੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਸਾਹਮਣੇ ਕਿ ਮੋਦੀ ਸਾਹਿਬ ਉਤਰਿਆ ਉਹ ਇਸ ਧਰਤੀ ਤੇ, ਕਿਉਂਕਿ ਇਹ ਆਪਣੀ ਈਗੋ ਛੱਡਣ ਦਾ ਟਾਈਮ ਆ। ਇਸ ਟਾਈਮ ਤੇਰੀ ਆਵਾਮ, ਤੇਰਾ ਦੇਸ਼ ਜਲ ਰਿਹਾ ਆ। ਮਹਿਸੂਸ ਕਰੋ ਉਹਨਾਂ ਜਲਦੀਆਂ ਚਿਤਾ ਨੂੰ, ਮਹਿਸੂਸ ਕਰੋ ਉਸ ਚਿਤਾ ਦੀ ਅੱਗ ਨੂੰ ਜਿਹਦੇ ਵਿੱਚ ਤੁਹਾਡੇ ਦੇਸ਼ ਦੇ ਵਾਸੀ ਜਲ ਰਹੇ ਆ। ਤੇ ਜੇਕਰ ਤੁਸੀਂ ਉਸ ਚਿਤਾ ਦੀ ਅੱਗ ਨੂੰ ਮਹਿਸੂਸ ਕਰੋਗੇ ਨਾ, ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਵਿੱਚ ਜੋ ਇਨਸਾਨ ਆ ਉਹ ਨਹੀਂ ਉੱਠ ਕੇ ਤੁਰੂਗਾ ਆਪਣੀ ਆਵਾਮ ਦੀ ਸੇਵਾ ਕਰਨ ਵਾਸਤੇ, ਕਿਉਂਕਿ ਇਸ ਟਾਈਮ ਤੇਰੇ ਦੇਸ਼ ਦੀ ਆਵਾਮ ਨੂੰ ਤੇਰੀ ਜ਼ਰੂਰਤ ਆ। ਮੋਦੀ ਸਾਹਿਬ ਇਹੋ ਹੀ ਰਿਕੁਐਸਟ ਕਰਦੇ ਆ ਮੈਂ ਤੇ ਮੇਰੀ ਵੌਇਸ ਆਫ ਪੰਜਾਬ ਦੀ ਪੂਰੀ ਟੀਮ, ਤੇ ਉਮੀਦ ਕਰਦੇ ਆ ਕਿ ਤੁਸੀਂ ਆਪਣੀ ਆਵਾਮ ਨੂੰ ਨਹੀਂ ਰੁਲਣ ਦਿਓਗੇ, ਨਹੀਂ ਮਰਨ ਦਿਓਗੇ ਤੇ ਨਹੀਂ ਸੜਨ ਦਿਓਗੇ ਇੰਨੀਆਂ ਚਿਤਾਵਾਂ ਦੇ ਵਿੱਚ। ਇਹੋ ਰਿਕੁਐਸਟ ਦੇ ਨਾਲ ਇਜਾਜ਼ਤ ਲੈਂਦੀ ਆ ਤੇ ਦੁਆਵਾਂ ਕਰਦੀ ਆ ਕਿ ਸਾਡੇ ਦੇਸ਼ ਨੂੰ ਇਸ ਜਲਦੀ ਅੱਗ ਤੋਂ ਨਿਜਾਤ ਮਿਲੇ। ਮੁਲਕ ਭਰ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਹਰ ਪਾਸੇ
ਸੁੱਖ ਦਾ ਸਾਹ ਆਵੇ। ਜਿਉਂਦੇ ਵਸਦੇ ਰਹੋ ਦੋਸਤੋ। ਲੈਂਦੀ ਹਾਂ ਇਜਾਜ਼ਤ। ਸਤਿ ਸ਼੍ਰੀ ਅਕਾਲ।